BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਦੋ ਸਿੱਖ ਸਮੂਹਾਂ ਨੇ ਕੈਨੇਡੀਅਨ ਸਿਆਸੀ ਪਾਰਟੀਆਂ ਤੋਂ ਕੀਤੀ ਮੰਗ ਭਾਰਤ ਖਿਲਾਫ ਸੰਯੁਕਤ ਮੋਰਚਾ ਪੇਸ਼ ਕਰਨ ਲਈ ਕਿਹਾ। ਐਡਮਿੰਟਨ ਅਤੇ ਸਾਊਦਰਨ ਐਲਬਰਟਾ ਵਿੱਚ ਵੈਸਟ ਨਾਈਲ ਵਾਇਰਸ ਦੇ ਕੇਸਾਂ ਦੀ ਪੁਸ਼ਟੀ, AHS ਨੇ ਸਾਵਧਾਨੀ ਵਰਤਣ ਲਈ ਕਿਹਾ। ਤਾਈਵਾਨ ਦੀ ਗੋਲਫ ਬਾਲ ਫੈਕਟਰੀ 'ਚ ਅੱਗ ਲੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 10, 4 ਫਾਇਰ ਫਾਈਟਰ ਵੀ ਸ਼ਾਮਲ। ਪਾਕਿਸਤਾਨ ਵਿੱਚ ਨਾਬਾਲਗ ਧੀ ਨੇ ਪਿਤਾ ਦੀ ਕੀਤੀ ਗੋਲੀ ਮਾਰ ਕੇ ਹੱਤਿਆ, 3 ਮਹੀਨਿਆਂ ਤੋਂ ਕਰ ਰਿਹਾ ਸੀ ਜਬਰ ਜਨਾਹ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੀ ਗੋਲੀਬਾਰੀ ਵਿੱਚ ਹੋਈ ਮੌਤ ਅਤੇ ਭਾਰਤ ਸਰਕਾਰ ਦੀ ਇਸ ਘਟਨਾ ਵਿੱਚ ਸ਼ਮੂਲੀਅਤ ਦੇ ਇੱਕ ਸੰਭਾਵੀ ਸੰਬੰਧ ਐਲਾਨ ਕੀਤੇ ਜਾਣ ਤੋਂ ਬਾਅਦ ਹੁਣ ਕੈਨੇਡੀਅਨ ਸਿੱਖ ਡਾਇਸਪੋਰਾ ਵਿੱਚ ਦੋ ਸਮੂਹਾਂ ਨੇ ਕੈਨੇਡਾ ਦੀ ਸਿਆਸੀ ਪਾਰਟੀਆਂ ਨੂੰ ਭਾਰਤ ਬਾਰੇ ਇੱਕ ਸੰਯੁਕਤ ਮੋਰਚਾ ਪੇਸ਼ ਕਰਨ ਦੀ ਮੰਗ ਕੀਤੀ ਹੈ। ਇੱਕ ਸਾਂਝੇ ਬਿਆਨ ਵਿੱਚ ਓਨਟਾਰੀਓ ਗੁਰਦੁਆਰਾ ਕਮੇਟੀ ਅਤੇ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਨੇ ਕਿਹਾ ਕਿ ਜੂਨ ਵਿੱਚ ਹਰਦੀਪ ਸਿੰਘ ਨਿੱਜਰ ਦੀ ਮੌਤ ਦੇ ਸੰਬੰਧ ਵਿੱਚ ਸੰਭਾਵੀ ਵਿਦੇਸ਼ੀ ਦਖਲਅੰਦਾਜ਼ੀ ਦੇ ਵਿਰੋਧ ਬਾਰੇ ਕੈਨੇਡੀਅਨ ਦੀਆਂ ਸਾਰੀਆਂ ਪਾਰਟੀਆਂ ਨੂੰ ਸਪਸ਼ਟ ਤੌਰ ਤੇ ਇਸ ਖਿਲਾਫ ਯੂਨਾਈਟਿਡ ਫਰੰਟ ਪੇਸ਼ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਟਰੂਡੋ ਨੇ 18 ਸਤੰਬਰ ਨੂੰ ਪਾਰਲੀਮੈਂਟ ਵਿੱਚ ਖੁਲਾਸਾ ਕੀਤਾ ਸੀ ਕਿ ਕੈਨੇਡੀਅਨ ਖੁਫੀਆ ਸੇਵਾਵਾਂ ਭਾਰਤ ਸਰਕਾਰ ਅਤੇ ਸਰੀ BC ਵਿੱਚ ਨਿੱਜਰ ਦੀ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਬਾਹਰ ਹੋਈ ਘਾਤਕ ਗੋਲੀਬਾਰੀ ਦਰਮਿਆਨ ਸੰਭਾਵਿਤ ਸੰਬੰਧਾਂ ਦੀ ਜਾਂਚ ਕਰ ਰਹੀਆਂ ਹਨ, ਜਿਸ ਤੋਂ ਬਾਅਦ ਆਜ਼ਾਦ ਸਿੱਖ ਰਾਜ ਦੀ ਵਕਾਲਤ ਕਰਨ ਲਈ ਨਿੱਜਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਵਾਲੇ ਭਾਰਤ ਨੇ ਇਸ ਦੋਸ਼ ਨੂੰ ਬੇਤੁਕਾ ਅਤੇ ਪ੍ਰੇਰਿਤ ਕਰਾਰ ਦਿੱਤਾ। ਫੈਡਰਲ ਆਗੂਆਂ ਨੇ ਨਿੱਜਰ ਦੀ ਮੌਤ ਵਿੱਚ ਸੰਭਾਵੀ ਭਾਰਤੀ ਸ਼ਮੂਲੀਅਤ ਦੇ ਖਿਲਾਫ ਆਪਣੀ ਆਵਾਜ਼ ਚੁੱਕੀ ਹੈ। ਕੰਜ਼ਰਵੇਟਿਵ ਲੀਡਰ ਪੀਅਰ ਪੋਇਲੀਐਵ ਨੇ ਟਰੂਡੋ ਦੇ ਐਲਾਨ ਤੋਂ ਤੁਰੰਤ ਬਾਅਦ ਕਿਹਾ ਸੀ ਕਿ ਕੈਨੇਡਾ ਨੂੰ ਸਾਡੇ ਘਰ ਅਤੇ ਇੱਕ ਦੂਜੇ ਲਈ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਹੋਰ ਤੱਥ ਪੇਸ਼ ਕਰਨੇ ਚਾਹੀਦੇ ਹਨ। NDP ਆਗੂ ਜਗਮੀਤ ਸਿੰਘ, ਜੋ ਕਿ ਖੁਦ ਇੱਕ ਸਿੱਖ ਹਨ, ਨੇ ਕਿਹਾ ਕਿ ਉਹਨਾਂ ਨੇ ਕੈਨੇਡਾ ਦੀ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਵਿੱਚ ਭਾਰਤ ਨੂੰ ਸ਼ਾਮਲ ਕਰਨ ਦੀ ਮੰਗ ਕਰਨ ਲਈ ਕਿਊਬੈਕ ਕੋਰਟ ਆਫ ਅਪੀਲ ਜਸਟਿਸ ਮੋਰੀ ਜੋਸੀ ਹੋਗ ਨੂੰ ਸਿੱਧਾ ਪੱਤਰ ਲਿਖਿਆ ਹੈ। ਹੋਗ 16 ਮਹੀਨਿਆਂ ਦੀ ਜਾਂਚ ਦੀ ਅਗਵਾਈ ਕਰ ਰਿਹਾ ਹੈ, ਜਿਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਚੀਨ ਅਤੇ ਰੂਸ ਵਰਗੇ ਦੇਸ਼ਾਂ ਦੁਆਰਾ ਕੈਨੇਡੀਅਨ ਮਾਮਲਿਆਂ ਵਿੱਚ ਕਥਿਤ ਦਖਲਅੰਦਾਜ਼ੀ ਕੀਤੀ ਜਾ ਸਕਦੀ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ 25 ਸਾਲਾ ਕੋਕੁਇਟਲਮ ਵਿਅਕਤੀ ਉੱਤੇ RCMP ਅਧਿਕਾਰੀ ਰਿਕ ਓਬਰਾਇਨ ਦੀ ਗੋਲੀ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਫਰਸਟ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਦੋਸ਼ ਲਗਾਇਆ ਕਿ ਨਿਕਲਸ ਬੈਲੇਮੇਰ ਨੇ ਮੈਪਲ ਰਿਜ BC ਵਿੱਚ ਸ਼ੁਰੂ ਹੋਈ ਨਸ਼ੀਲੇ ਪਦਾਰਥਾਂ ਦੀ ਜਾਂਚ ਦੇ ਦੌਰਾਨ ਕੋਕੁਇਟਲਮ ਵਿੱਚ ਰਿਚ ਮੀਡੋਜ਼ RCMP ਕਾਂਸਟੇਬਲ ਨੂੰ ਗੋਲੀ ਮਾਰ ਦਿੱਤੀ ਸੀ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਅਤੇ ਕੋਕੁਇਟਲਮ ਅਤੇ ਰਿਚ ਮੀਡੋਜ਼ RCMP ਟੁਕੜੀਆਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਮਾਉਂਟੇਜ਼ ਇੱਕ ਵਾਰੰਟ ਨੂੰ ਲਾਗੂ ਕਰ ਰਹੇ ਸਨ ਜਦੋਂ ਬੈਲੇਮੇਰ ਅਤੇ ਪੁਲਿਸ ਵਿਚਕਾਰ ਝਗੜਾ ਸ਼ੁਰੂ ਹੋਇਆ। ਪੁਲਿਸ ਨੇ ਕਿਹਾ ਕਿ ਝਗੜੇ ਦੌਰਾਨ ਓਬਰਾਇਨ ਅਤੇ ਇੱਕ ਹੋਰ ਅਧਿਕਾਰੀ ਨੂੰ ਗੋਲੀ ਮਾਰੀ ਗਈ ਸੀ ਅਤੇ ਤੀਜੇ ਅਧਿਕਾਰੀ ਨੂੰ ਵੀ ਕਈ ਸੱਟਾਂ ਲੱਗੀਆਂ ਸਨ, ਜਿਸ ਵਿੱਚ ਓਬਰਾਇਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖਮੀ ਅਫਸਰਾਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਗਿਆ। ਇੰਟੀਗ੍ਰੇਟਿਡ ਹੋਮਿਸਾਈਡ ਟੀਮ ਦੇ ਇੰਚਾਰਜ ਅਧਿਕਾਰੀ ਮਨਦੀਪ ਮੂਕਰ ਨੇ ਕਿਹਾ ਕਿ ਬੈਲੇਮੇਰ ਨੂੰ ਇਸ ਝਗੜੇ ਵਿੱਚ ਗੋਲੀ ਮਾਰੀ ਗਈ ਸੀ ਅਤੇ ਜ਼ਖਮੀ ਹੋ ਗਿਆ ਸੀ। ਉਸ ਤੇ ਪਹਿਲੀ ਡਿਗਰੀ ਕਤਲ ਅਤੇ ਹਥਿਆਰ ਨਾਲ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਦਾ ਦੋਸ਼ ਲਗਾਇਆ ਗਿਆ ਹੈ। ਕੋਕੁਇਟਲਮ ਵਿੱਚ ਓਬਰਾਇਨ ਦੀ ਮੌਤ ਇੱਕ ਹੋਰ RCMP ਅਧਿਕਾਰੀ ਕਾਂਸਟੇਬਲ ਸ਼ੈਲਿੰਗ ਯੋਗ ਨੂੰ ਬਨਬੀ BC ਵਿੱਚ ਬੇਗਰ ਨਿਵਾਸੀਆਂ ਦੁਆਰਾ ਵਰਤੀ ਜਾਂਦੀ ਇੱਕ ਕੈਂਪ ਸਾਈਟ ਵਿੱਚ ਇੱਕ ਸ਼ਹਿਰ ਦੇ ਵਰਕਰ ਦੇ ਨਾਲ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ। ਤਾਜ਼ਾ ਘਟਨਾ ਦੇਸ਼ ਭਰ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਲਈ ਗੂੰਜ ਉੱਠਿਆ ਹੈ। ਇਸ ਦੌਰਾਨ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਦੁਖਾਂਤ ਉਹਨਾਂ ਜ਼ੋਖਮਾਂ ਦੀ ਇੱਕ ਸ਼ਕਤੀਸ਼ਾਲੀ ਯਾਦ ਦਿਵਾਉਂਦਾ ਹੈ ਜੋ ਪੁਲਿਸ ਅਧਿਕਾਰੀ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਸੇਵਾ ਕਰਨ ਲਈ ਕਦਮ ਚੁੱਕਣ ਤੋਂ ਬਾਅਦ ਲੈਂਦੇ ਹਨ। ਐਲਬਰਟਾ ਹੈਲਥ ਸਰਵਿਸਿਜ਼ ਨੇ ਪ੍ਰੋਵਿੰਸ ਦੇ ਲੋਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਹੈ ਕਿਉਂਕਿ ਐਲਬਰਟਾ ਵਿੱਚ ਵੈਸਟ ਨਾਈਲ ਦੇ 9 ਮਾਮਲਿਆਂ ਦੀ ਪੁਸ਼ਟੀ ਹੋਈ ਹੈ। 2 ਐਡਮਿੰਟਨ ਵਿੱਚ ਅਤੇ ਬਾਕੀ 7 ਐਲਬਰਟਾ ਦੇ ਦੱਖਣੀ ਖੇਤਰ ਵਿੱਚ ਪਾਏ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਦੱਖਣ ਵਿੱਚ 5 ਕੇਸ ਮਿਲੇ ਸੀ, ਜਿਨ੍ਹਾਂ ਵਿੱਚੋਂ 3 ਵੈਸਟ ਨਾਈਲ ਨਿਊਰੋਲੋਜੀਕਲ ਸਿੰਡਰੋਮ ਦੇ ਕੇਸ ਸੀ। ਅਧਿਕਾਰੀਆਂ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਕਿਹਾ ਕਿ ਵੈਸਟ ਨਾਈਲ ਵਾਇਰਸ ਵਾਲੇ ਮੱਛਰ ਦੇ ਕੱਟਣ ਤੋਂ ਬਾਅਦ ਲੋਕ ਵੈਸਟ ਨਾਈਲ ਨਾਨ ਨਿਊਰੋਲੋਜੀਕਲ ਸਿੰਡਰੋਮ ਜਾਂ ਵਧੇਰੇ ਗੰਭੀਰ ਵੈਸਟ ਨਾਈਲ ਨਿਊਰੋਲੋਜੀਕਲ ਸਿੰਡਰੋਮ ਨਾਲ ਪ੍ਰਭਾਵਿਤ ਹੋ ਸਕਦੇ ਹਨ। AHS ਦਾ ਕਹਿਣਾ ਹੈ ਕਿ ਨਿਊਰੋਲੋਜੀਕਲ ਸਿੰਡਰੋਮ ਦੇ ਲੱਛਣ ਗੈਰ ਨਿਊਰੋਲੋਜੀਕਲ ਸਿੰਡਰੋਮ ਨਾਲੋਂ ਜ਼ਿਆਦਾ ਗੰਭੀਰ ਹੁੰਦੇ ਹਨ, ਜੋ ਅਕਸਰ ਇੱਕ ਲਾਗ ਵਾਲੇ ਦੰਦੀ ਦੇ ਨਤੀਜੇ ਵਜੋਂ ਹੁੰਦੇ ਹਨ। ਇਹ ਇਸ ਲਈ ਹੈ ਕਿਉਂਕਿ ਸੰਕਰਮਿਤ ਲੋਕ ਕੰਬਣ, ਸੁਸਤੀ, ਉਲਝਣ, ਖਾਣਾ ਖਾਣ ਦੀਆਂ ਸਮੱਸਿਆਵਾਂ, ਤੇਜ਼ ਬੁਖਾਰ, ਬੇਹੋਸ਼ੀ ਅਤੇ ਅਧਰੰਗ ਵੀ ਹੋ ਸਕਦਾ ਹੈ, ਜਦੋਂ ਕਿ ਗੈਰ ਤੰਤੂ ਵਿਗਿਆਨਿਕ ਲੱਛਣਾਂ ਵਿੱਚ ਬੁਖਾਰ, ਠੰਡ, ਮਤਲੀ, ਚਮੜੀ ਦੇ ਧੱਫੜ, ਸਵੈਲਿੰਗ ਅਤੇ ਸਿਰ ਦਰਦ ਸ਼ਾਮਲ ਹਨ।
एएचएस द्वारा कहिया जाण वालियां सावधानियां विच एक लंबी बाहां वाली हल्के रंग दी कमीज, पैंट अते टोपी पाउणा शामिल है अते नाल ही सवेर अते शाम दे समय घर दे अंदर रहण लई कहा गया है जदों मच्छर सब तो वध सरगर्म हुंदे हन अते हेल्थ कैनेडा प्रवानित कीड़े मकोड़ियां नूं दूर करन वाले डीट जां इकैरिडीन वाले उत्पाद दी वरतों करना कहा गया है। 6 महीनों तो घट उम्र के बच्चों ਲਈ सेहत एजेंसी मच्छरदानी की वरतों करने की सिफारिश करती है। जदों बच्चे बाहर हुंदे हन तां डीट वाले कीड़े मकोड़े की वरतों करने की बजाय अते 6 महीने तो 2 साल के बच्चों ਲਈ सिर्फ दवाई की वरतों करने ਲਈ कहा है। पर नाल ही डिपार्टमेंट ने इस दवाई की वरतों एक दिन विच एक तो वध बार ना करने ਲਈ कहा है। एएचएस के ताज़ा आंकड़ियां के अनुसार एल्बर्टा विच 2019 विच 4 अते 2018 विच 50 के मुकाबले 2020 विच वेस्ट नाइल का सिर्फ 1 केस सी, जिन्हां विचों ज़्यादातर दक्षिणी एल्बर्टा विच पाए गए सी। वेस्ट नाइल वायरस बारे ਵਧੇਰੇ जानकारी ऑनलाइन ਜਾਂ 811 ਤੇ ਹੈਲਥ ਲਿੰਕ ਨੂੰ ਕਾਲ ਕਰਕੇ ਲਈ ਜਾ ਸਕਦੀ ਹੈ ਅਤੇ ਨਿੱਜੀ ਕੀੜੀ ਮਕੌੜਿਆਂ ਦੀ ਰੋਕਥਾਮ ਬਾਰੇ ਜਾਣਕਾਰੀ ਆਨਲਾਈਨ ਲੱਭੀ ਜਾ ਸਕਦੀ ਹੈ। एल्बर्टा ਦੇ ਪਹਿਲੇ ਮਾਨਸਿਕ ਸਿਹਤ ਪਾਰਕ ਦਾ ਨਾਰਥ ਵੈਸਟ ਕੈਲਗਰੀ ਵਿੱਚ ਲੰਘੇ ਸ਼ਨੀਵਾਰ ਨੂੰ ਸ਼ਾਨਦਾਰ ਉਦਘਾਟਨ ਕੀਤਾ ਗਿਆ। ਪਾਰਕਸ ਫਾਊਂਡੇਸ਼ਨ ਅਤੇ ਸਿਟੀ ਆਫ ਕੈਲਗਰੀ ਦ ਬ੍ਰਾਊਨ ਫੈਮਿਲੀ ਫਾਊਂਡੇਸ਼ਨ ਰੋਟਰੀ ਪਾਰਕ ਦੇ ਉਦਘਾਟਨ ਦਾ ਜਸ਼ਨ ਮਨਾਇਆ ਗਿਆ, ਜੋ ਕਿ ਮਾਨਸਿਕ ਸਿਹਤ ਸਹਾਇਤਾ ਦੀ ਲੋੜ ਵਾਲੇ ਬੱਚਿਆਂ ਅਤੇ ਨੌਜਵਾਨਾਂ ਲਈ ਹੈ। ਇਹ ਦ ਸਮਿਟ ਮੈਰੀਅਨ ਐਂਡ ਜਿਮ ਸਨੇਵ ਸੈਂਟਰ ਫॉर ਯੂਥ ਰੈਜ਼ੀਲੈਂਸ ਦੇ ਬਿਲਕੁਲ ਨਾਲ ਹੈ, ਜੋ ਕਿ ਮਾਰਚ 2023 ਵਿੱਚ ਖੋਲੀ ਗਈ ਇੱਕ ਨੌਜਵਾਨਾਂ ਦੀ ਮਾਨਸਿਕ ਸਿਹਤ ਸਹੂਲਤ ਹੈ, ਜਿਸ ਵਿੱਚ ਉਸ ਸਮੇਂ ਪਾਰਕ ਨੂੰ ਜੋੜਿਆ ਗਿਆ ਸੀ। ਨੌਜਵਾਨਾਂ ਅਤੇ ਬੱਚਿਆਂ ਲਈ ਇਸ ਪਾਰਕ ਵਿੱਚ ਕਈ ਤਰ੍ਹਾਂ ਦੀ ਐਕਟੀਵਿਟੀਜ਼ ਵੀ ਬਣਾਈਆਂ ਗਈਆਂ ਹਨ। ਮੌਂਟਰੀਅਲ ਵਿੱਚ ਇੱਕ ਇਮਾਰਤ ਦੇ ਅੰਸ਼ਕ ਤੌਰ ਤੇ ਢਹਿ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਸ਼ਹਿਰ ਦੇ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਇਮਾਰਤ ਢਹਿ ਜਾਣ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਵਿਅਕਤੀ ਦੀ ਲਾਸ਼ ਲੱਭੀ, ਜੋ ਕਿ ਮੌਂਟਰੀਅਲ ਨੋਰਥ ਬੋਰੋ ਵਿੱਚ ਇਮਾਰਤ ਦੇ ਮਲਬੇ ਵਿੱਚ ਦਬ ਗਈ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਮਾਰਤ ਦੀ ਜ਼ਮੀਨੀ ਮੰਜ਼ਿਲ ਦੀ ਕੰਕਰੀਟ ਸਲੈਬ ਢਹਿ ਗਈ ਉਸ ਹਿੱਸੇ ਵਿੱਚ ਜਿੱਥੇ ਕੰਸਟਰਕਸ਼ਨ ਦਾ ਕੰਮ ਸੰਭਵ ਤੌਰ ਤੇ ਅਜੇ ਚੱਲ ਰਿਹਾ ਸੀ। ਘਟਨਾ ਵਾਲੀ ਥਾਂ ਤੇ ਪੁੱਜੇ ਫਾਇਰ ਫਾਈਟਰਸ ਨੇ ਇਮਾਰਤ ਦੇ ਬੇਸਮੈਂਟ ਵਿੱਚ ਪੀੜਤਾਂ ਦੀ ਖੋਜ ਕੀਤੀ। ਮੌਂਟਰੀਅਲ ਫਾਇਰ ਡਿਪਾਰਟਮੈਂਟ ਦੇ ਇੱਕ ਸੈਕਸ਼ਨ ਚੀਫ ਮੈਰੀ ਇਵੋ ਬਿਊਸੋਲੀਲ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਅੱਗ ਲੱਗਣ ਕਾਰਨ ਇਮਾਰਤ ਦਾ ਅਗਲਾ ਹਿੱਸਾ ਖਤਮ ਹੋ ਗਿਆ ਸੀ, ਪਰ ਇਮਾਰਤ ਦਾ ਕੁਝ ਹਿੱਸਾ ਬਚਣ ਕਰਕੇ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ। अधिकारी ने दस्सिया कि मामले च 2 होर व्यक्तियों को जख्मी हालत च हस्पताल च दाखिल करवाया गया है। इस घटना तो बाद इमारत के पिछले पासे 10 अपार्टमेंटां ते 2 कारोबारां दे मालकां नूं अस्थाई तौर ते उन्हां दे घरां तो दूर रहण लई कहा गया सी, जदों तक एक स्ट्रक्चरल इंजीनियर ये नहीं तय कर दिंदा कि उन्हां दा बिल्डिंग च मुड़ के आउणा सुरक्षित है। पुलिस ने कहा कि इमारत के ढह जाण दा की कारण रहा, इस बारे पुलिस और प्रोविंस के कर्मचारियों वालों घटना वाली थां ते हालातां दी जांच की जा रही है। ਤਾਈਵਾਨੀ ਮੀਡੀਆ ਰਿਪੋਰਟਾਂ ਦੇ ਅਨੁਸਾਰ ਖੋਜ ਟੀਮਾਂ ਨੂੰ ਦੱਖਣੀ ਤਾਈਵਾਨ ਵਿੱਚ ਇੱਕ ਗੋਲਫ ਬਾਲ ਫੈਕਟਰੀ ਵਿੱਚ ਅੱਗ ਲੱਗਣ ਦੇ ਸਥਾਨ ਤੋਂ ਲੰਘੇ ਐਤਵਾਰ ਨੂੰ ਪਿਛਲੇ 3 ਲਾਪਤਾ ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹੋ ਗਈ ਹੈ। ਲਾਂਚ ਟੈਕਨੋਲੋਜੀਜ਼ ਪਲਾਂਟ ਦਾ ਸੰਚਾਲਕ ਗੋਲਫ ਗੇਂਦਾਂ ਦਾ ਇੱਕ ਪ੍ਰਮੁੱਖ ਵਿਸ਼ਵਵਿਆਪੀ ਸਪਲਾਇਰ ਹੈ। ਰਿਪੋਰਟ ਮੁਤਾਬਕ ਪੀੜਤਾਂ ਵਿੱਚੋਂ 4 ਅੱਗ ਬੁਝਾਉਣ ਵਾਲੇ ਸ਼ਾਮਲ ਸੀ। ਤਾਈਵਾਨ ਦੀ ਸੈਂਟਰਲ ਨਿਊਜ਼ ਏਜੰਸੀ ਨੇ ਪਿੰਗਟਿੰਗ ਕਾਉਂਟੀ ਦੇ ਫਾਇਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਇੱਕ ਧਮਾਕੇ ਕਾਰਨ ਇਮਾਰਤ ਦਾ ਕੁਝ ਹਿੱਸਾ ਢਹਿ ਗਿਆ, ਜਿਸ ਨਾਲ ਫਾਇਰ ਫਾਈਟਰਸ ਅਤੇ ਕਰਮਚਾਰੀ ਮਲਬੇ ਹੇਠਾਂ ਫਸ ਗਏ, ਜਿਸ ਤੋਂ 20 ਮਿੰਟ ਬਾਅਦ ਦੂਜਾ ਧਮਾਕਾ ਹੋਇਆ। 2 ਲਾਸ਼ਾਂ ਲੰਘੇ ਐਤਵਾਰ ਸਵੇਰੇ ਮਿਲੀਆਂ ਸੀ ਅਤੇ ਇੱਕ ਦੁਪਹਿਰ ਨੂੰ ਬਰਾਮਦ ਕੀਤੀ ਗਈ ਸੀ। ਪਿੰਗਟਨ ਟੈਕਨੋਲੋਜੀ ਇੰਡਸਟਰੀਅਲ ਪਾਰਕ 'ਚ ਅੱਗ ਲੱਗਣ ਕਾਰਨ ਕਰੀਬ 100 ਲੋਕ ਜ਼ਖਮੀ ਹੋ ਗਏ ਹਨ। ਅਗਲੇ ਦਿਨ ਤੱਕ ਵੀ ਅੱਗ ਨਹੀਂ ਬੁਝਾਈ ਜਾ ਸਕੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਦਾ ਕਾਰਨ ਅਜੇ ਅਸਪਸ਼ਟ ਹੈ। ਲਾਂਚ ਟੈਕਨੋਲੋਜੀਜ਼ ਕੰਪਨੀ ਦੀ 2021 ਦੀ ਸਾਲਾਨਾ ਰਿਪੋਰਟ ਦੇ ਅਨੁਸਾਰ ਤਾਈਵਾਨ ਗੋਲਫ ਬਾਲਸ ਦਾ ਇੱਕ ਪ੍ਰਮੁੱਖ ਨਿਰਮਾਤਾ ਹੈ, ਜਿਸ ਵਿੱਚ ਕੋਲੋਵੇ, ਟੇਲਰਮੇਡ, ਬ੍ਰਿਜਸਟੋਨ, ਮਿਜ਼ੂਨੋ ਅਤੇ ਵਿਲਸਨ ਸਮੇਤ ਪ੍ਰਮੁੱਖ ਬ੍ਰਾਂਡਸ ਦੀ ਸਪਲਾਈ ਕਰਨ ਵਾਲੀਆਂ ਫੈਕਟਰੀਆਂ ਸ਼ਾਮਲ ਹਨ। ਸੈਂਟਰਲ ਨਿਊਜ਼ ਏਜੰਸੀ ਨੇ ਕਿਹਾ ਕਿ ਲਾਂਚ ਟੈਕਨੋਲੋਜੀਜ਼, ਜੋ ਕਿ ਤਾਈਪਾਈ ਐਕਸਚੇਂਜ ਦੇ ਸੂਚੀਬੱਧ ਹੈ, ਨੇ ਪਿਛਲੇ ਸਾਲ ਲਗਭਗ 260 ਮਿਲੀਅਨ ਗੋਲਫ ਗੇਂਦਾਂ ਭੇਜੀਆਂ, ਜੋ ਕਿ ਗਲੋਬਲ ਕੁੱਲ ਦਾ 5ਵਾਂ ਹਿੱਸਾ ਹੈ। ਇਸ ਦੀ ਵਿਕਰੀ ਤਾਂ ਲਗਭਗ 80% ਸੰਯੁਕਤ ਰਾਜ ਵਿੱਚ ਹੈ। ਸੈਂਟਰਲ ਨਿਊਜ਼ ਏਜੰਸੀ ਨੇ ਕਿਹਾ ਕਿ ਫੈਕਟਰੀ ਵਿੱਚ, ਜੋ ਕਿ ਇੱਕ ਨਿਰੀਖਿਤ ਪ੍ਰੋਸੈਸਿੰਗ ਜ਼ੋਨ ਵਿੱਚ ਹੈ, ਨਿਰੀਖਣ ਦੌਰਾਨ ਪਾਈਆਂ ਗਈਆਂ ਉਲੰਘਣਾਵਾਂ ਲਈ ਪਿਛਲੇ ਸਮੇਂ ਵਿੱਚ ਜੁਰਮਾਨਾ ਲਗਾਇਆ ਗਿਆ ਹੈ। ਤਾਈਵਾਨ ਦੇ ਪ੍ਰਸਾਰਕ TVBS ਨੇ ਰਿਪੋਰਟ ਦਿੱਤੀ ਹੈ ਕਿ ਤਾਈਵਾਨ ਦੇ ਰਾਸ਼ਟਰਪਤੀ ਸਾਈ ਵਿੰਗ-ਵੇਨ ਨੇ ਸ਼ਨੀਵਾਰ ਨੂੰ ਪਿੰਗਟਨ ਕਾਉਂਟੀ ਦੀ ਯਾਤਰਾ ਕੀਤੀ ਅਤੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ।
ਦੱਖਣੀ ਯੂਕਰੇਨ ਦੇ ਖੇਰਸਨ ਸੂਬੇ ਵਿੱਚ ਲੰਘੇ ਐਤਵਾਰ ਨੂੰ ਰੂਸੀ ਹਵਾਈ ਹਮਲਿਆਂ ਵਿੱਚ 2 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਖੇਤਰ ਦੇ ਗਵਰਨਰ ਨੇ ਯੂਕਰੇਨ ਵਿੱਚ ਜੰਗ ਦੀ ਰਿਪੋਰਟ ਦਿੱਤੀ ਤੇ ਕਿਹਾ ਕਿ ਇਹ ਜੰਗ 20ਵੇਂ ਮਹੀਨੇ ਵਿੱਚ ਦਾਖਲ ਹੋ ਗਈ ਹੈ। ਗਵਰਨਰ ਅਲੈਗਜ਼ੈਂਡਰ ਪ੍ਰੋਕਿਊਰਿਨ ਨੇ ਕਿਹਾ ਕਿ ਰੂਸੀ ਬਲਾਂ ਨੇ ਬੇਰੀ ਸਲੈਵ ਸ਼ਹਿਰ ਦੇ ਹਮਲਾ ਕੀਤਾ, ਜਿਸ ਨਾਲ ਅਣਗਿਣਤ ਨਿੱਜੀ ਘਰਾਂ ਨੂੰ ਤਬਾਹ ਕਰ ਦਿੱਤਾ ਗਿਆ। ਉਸਨੇ ਕਿਹਾ ਕਿ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਪੁਲਿਸ ਅਧਿਕਾਰੀ ਸਮੇਤ 3 ਲੋਕ ਜ਼ਖਮੀ ਹੋ ਗਏ। ਇੱਕ ਹੋਰ ਹਵਾਈ ਹਮਲੇ ਵਿੱਚ ਲਵੋਵ ਪਿੰਡ ਵਿੱਚ ਇੱਕ 67 ਸਾਲਾ ਵਿਅਕਤੀ ਦੀ ਮੌਤ ਹੋ ਗਈ। ਰਾਜਪਾਲ ਨੇ ਕਿਹਾ ਕਿ ਖੇਤਰ ਦੀ ਰਾਜਧਾਨੀ ਖੇਰਸਨ ਸ਼ਹਿਰ ਵਿੱਚ ਰੂਸੀ ਬੰਬਾਰੀ ਦੇ ਨਤੀਜੇ ਵਜੋਂ ਕੁੱਲ 5 ਲੋਕ ਜ਼ਖਮੀ ਹੋਏ ਹਨ। ਪ੍ਰਭਾਵਿਤ ਭਾਈਚਾਰੇ ਦੋਵੇਂ ਖੇਰਸਨ ਖੇਤਰ ਦੇ ਯੂਕਰੇਨ ਨਿਯੰਤਰਿਤ ਹਿੱਸੇ ਵਿੱਚ ਸਥਿਤ ਹਨ, ਜਿੱਥੇ ਡਨੀਪਰ ਨਦੀ ਜੋ ਪ੍ਰਾਂਤ ਨੂੰ ਵੰਡਦੀ ਹੈ ਨੇ ਇੱਕ ਲੜਾਈ ਰੇਖਾ ਨੂੰ ਚਿੰਨ੍ਹਿਤ ਕੀਤਾ, ਕਿਉਂਕਿ ਰੂਸੀ ਫੌਜਾਂ ਨਵੰਬਰ 2022 ਵਿੱਚ ਇਸ ਤੋਂ ਪਾਰ ਹਟ ਗਈਆਂ ਸਨ। ਇੱਕ ਹੋਰ ਫਰੰਟਲਾਈਨ ਯੂਕਰੇਨੀ ਖੇਤਰ ਡੋਨੇਟਸਕ ਵਿੱਚ ਰੂਸ ਦੁਆਰਾ ਸਥਾਪਿਤ ਅਧਿਕਾਰੀਆਂ ਨੇ ਲੰਘੇ ਐਤਵਾਰ ਨੂੰ ਕਬਜ਼ੇ ਵਾਲੇ ਖੇਤਰਾਂ ਤੇ ਕਈ ਪਾਬੰਦੀਆਂ ਲਗਾਈਆਂ। ਹਫ਼ਤੇ ਦੇ ਦਿਨ ਰਾਤ 11 ਵਜੇ ਤੋਂ ਸਵੇਰੇ 4 ਵਜੇ ਤੱਕ ਕਰਫਿਊ, ਕਿਸੇ ਵੀ ਰੈਲੀ ਜਾਂ ਵਿਰੋਧ ਪ੍ਰਦਰਸ਼ਨ ਤੇ ਪਾਬੰਦੀ ਅਤੇ ਫੌਜੀ ਸੈਂਸਰਸ਼ਿਪ ਤੇ ਵੀ ਪਾਬੰਦੀ ਲਾਈ। ਕੋਈ ਵੀ ਪੱਤਰ ਵਿਹਾਰ, ਆਨਲਾਈਨ ਸੁਨੇਹੇ ਅਤੇ ਫੋਨ ਵਾਰਤਾਲਾਪ ਵੀ ਬੰਦ ਕਰ ਦਿੱਤਾ ਗਿਆ। ਰੂਸ ਅਤੇ ਯੂਕਰੇਨ ਦੋਵਾਂ ਵਿੱਚ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਰੂਸ ਦੀ ਮੁੱਖ ਸੁਰੱਖਿਆ ਏਜੰਸੀ ਫੈਡਰਲ ਸੁਰੱਖਿਆ ਸੇਵਾ, ਜਿਸ ਨੂੰ FSB ਵੀ ਕਿਹਾ ਜਾਂਦਾ ਹੈ, ਦੀ ਕੁਰਸਕ ਸ਼ਾਖਾ ਦੇ ਦਫ਼ਤਰ ਸਨ। ਰੂਸ ਦਾ ਕੁਰਸਕ ਖੇਤਰ ਯੂਕਰੇਨ ਦੀ ਸਰਹੱਦ ਨਾਲ ਲੱਗਦਾ ਹੈ ਅਤੇ ਅਕਸਰ ਹਮਲਿਆਂ ਦਾ ਨਿਸ਼ਾਨਾ ਬਣਿਆ ਰਹਿੰਦਾ ਹੈ। ਐਤਵਾਰ ਨੂੰ ਡਰੋਨ ਹਮਲਾ ਉਦੋਂ ਹੋਇਆ ਜਦੋਂ ਨਿਵਾਸੀ ਖੇਤਰੀ ਰਾਜਧਾਨੀ ਦੀ ਸਥਾਪਨਾ ਦੀ ਵਰ੍ਹੇਗੰਢ ਮਨਾ ਰਹੇ ਸਨ। ਯੂਕਰੇਨ ਦੇ ਅਧਿਕਾਰੀਆਂ ਦੁਆਰਾ ਕੋਈ ਤੁਰੰਤ ਟਿੱਪਣੀ ਨਹੀਂ ਕੀਤੀ ਗਈ ਸੀ, ਜੋ ਆਮ ਤੌਰ ਤੇ ਰੂਸੀ ਖੇਤਰ ਤੇ ਹਮਲਿਆਂ ਦੀ ਜ਼ਿੰਮੇਵਾਰੀ ਨੂੰ ਸਵੀਕਾਰ ਨਹੀਂ ਕਰਦੇ ਹਨ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਨਾਬਾਲਗ ਲੜਕੀ ਨੇ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜੋ ਪਿਛਲੇ 3 ਮਹੀਨਿਆਂ ਤੋਂ ਉਸ ਨਾਲ ਕਥਿਤ ਤੌਰ ਤੇ ਬਲਾਤਕਾਰ ਕਰ ਰਿਹਾ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ ਇਹ ਘਟਨਾ ਲਾਹੌਰ ਸ਼ਹਿਰ ਦੇ ਗੁੱਜਰਪੁਰਾ ਇਲਾਕੇ ਦੀ ਹੈ। ਇੱਥੇ 14 ਸਾਲ ਲੜਕੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਉਸ ਦਾ ਪਿਤਾ ਪਿਛਲੇ 3 ਮਹੀਨਿਆਂ ਤੋਂ ਉਸ ਨਾਲ ਬਲਾਤਕਾਰ ਕਰ ਰਿਹਾ ਸੀ। ਪਿਤਾ ਦੇ ਕਤਲ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੇ ਸੋਹੇਲ ਕਾਜ਼ਮੀ ਨੇ ਕਿਹਾ ਕਿ ਲੜਕੀ ਨੇ ਦੱਸਿਆ ਕਿ ਉਹ ਭਿਆਨਕ ਸਥਿਤੀ 'ਚੋਂ ਲੰਘ ਰਹੀ ਸੀ। ਉਸਨੇ ਆਪਣੇ ਬਲਾਤਕਾਰੀ ਪਿਤਾ ਨੂੰ ਮਾਰਨ ਦਾ ਫੈਸਲਾ ਕੀਤਾ ਅਤੇ ਇਸ ਲਈ ਉਸਨੇ ਆਪਣੇ ਪਿਤਾ ਨੂੰ ਬੰਦੂਕ ਨਾਲ ਗੋਲੀ ਮਾਰ ਦਿੱਤੀ। ਕਾਜ਼ਮੀ ਨੇ ਕਿਹਾ ਕਿ ਲੜਕੀ ਦੇ ਪਿਤਾ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਅਧਿਕਾਰੀ ਅਨੁਸਾਰ ਸਾਰੇ ਪਹਿਲੂਆਂ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਖਿਲਾਫ ਕੇਸ ਦਰਜ ਕੀਤਾ ਜਾਵੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਰਿਵਾਰ ਨੇ ਕਥਿਤ ਤੌਰ ਤੇ ਘਟਨਾ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਤੇ ਸ਼ੁਰੂ ਵਿੱਚ ਪੁਲਿਸ ਨੂੰ ਮਾਮਲੇ ਦੀ ਰਿਪੋਰਟ ਨਹੀਂ ਕੀਤੀ। ਹਾਲਾਂਕਿ ਇੱਕ ਗੁਆਂਢੀ ਨੇ ਪੁਲਿਸ ਨੂੰ ਇਸ ਅਪਰਾਧ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਵਲ ਲਾਈਨ ਦੇ SP ਹਸਨ ਪੱਟੀ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਮੁਲਜ਼ਮ, ਉਸ ਦੀ ਮਾਂ, ਭਰਾ ਅਤੇ ਇੱਕ ਗੁਆਂਢੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਉਸ ਸਮੇਂ ਚਰਚਾ ਵਿੱਚ ਆਇਆ ਜਦੋਂ ਇੱਕ ਦਿਨ ਪਹਿਲਾਂ ਪਾਕਿਸਤਾਨ ਦੀ ਇੱਕ ਅਦਾਲਤ ਨੇ ਇੱਕ ਵਿਅਕਤੀ ਨੂੰ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਅਮਰੀਕਾ 'ਚ ਜਾਰਜੀਆ ਦੀ ਰਾਜਧਾਨੀ ਐਟਲਾਂਟਾ 'ਚ ਇੱਕ ਸ਼ਾਪਿੰਗ ਮਾਲ ਨੇੜੇ ਗੋਲੀਬਾਰੀ ਦੀ ਘਟਨਾ ਵਾਪਰੀ। ਪੁਲਿਸ ਨੇ ਦੱਸਿਆ ਕਿ ਇਸ ਘਟਨਾ 'ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ। AP ਦੀ ਰਿਪੋਰਟ ਦੇ ਅਨੁਸਾਰ ਸਾਊਥ ਵੈਸਟ ਐਟਲਾਂਟਾ ਦੇ ਇਵਾਨ ਸਟਰੀਟ ਤੇ ਇੱਕ ਵਿਅਕਤੀ ਨੂੰ ਗੋਲੀ ਲੱਗਣ ਦੀ ਘਟਨਾ ਹੋਮਿਸਾਈਡ ਅਧਿਕਾਰੀਆਂ ਨੂੰ ਦਿੱਤੀ ਗਈ। ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਹੋਮਿਸਾਈਡ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚੇ। ਸ਼ੁਰੂਆਤੀ ਜਾਂਚ ਸਾਹਮਣੇ ਆਇਆ ਕਿ ਮਰਨ ਵਾਲੇ ਲੋਕਾਂ ਕੋਲ 2 ਲੋਕ ਆਏ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। AP ਦੀ ਰਿਪੋਰਟ ਮੁਤਾਬਕ ਪੁਲਿਸ ਨੇ ਦੱਸਿਆ ਕਿ ਉਹਨਾਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਕੇ ਜਵਾਬੀ ਗੋਲੀਬਾਰੀ ਵੀ ਕੀਤੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਘਟਨਾ ਵਾਲੀ ਥਾਂ ਤੇ 3 ਲੋਕ ਮਿਲੇ ਹਨ ਜਿਨ੍ਹਾਂ ਨੂੰ ਗੋਲੀ ਮਾਰੀ ਗਈ ਸੀ। ਇਹਨਾਂ ਵਿੱਚੋਂ 2 ਦੀ ਮੌਤ ਹੋ ਗਈ ਹੈ ਅਤੇ ਤੀਜੇ ਨੂੰ ਗ੍ਰੇਡੀ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ। ਉਹਨਾਂ ਦਾ ਕਹਿਣਾ ਹੈ ਕਿ ਗੋਲੀਬਾਰੀ ਵਿੱਚ ਸਿਰਫ 3 ਲੋਕ ਸ਼ਾਮਲ ਸਨ। ਤਿੰਨਾਂ ਵਿੱਚੋਂ ਇੱਕ ਦੀ ਉਮਰ 17 ਸਾਲ ਦੇ ਕਰੀਬ ਸੀ, ਦੂਜੇ ਦੀ ਉਮਰ 20 ਦੇ ਕਰੀਬ ਅਤੇ ਤੀਜੇ ਦੀ ਉਮਰ 30 ਸਾਲ ਦੇ ਕਰੀਬ ਸੀ। ਹਾਲਾਂਕਿ ਉਹਨਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਨਾਲ ਸੰਬੰਧਿਤ ਸਾਰੀ ਘਟਨਾਵਾਂ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਇਸ ਲਈ ਉਹਨਾਂ ਨੂੰ ਪਤਾ ਹੈ ਕਿ ਮੌਕੇ ਤੇ ਕੀ ਹੋਇਆ ਸੀ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV, ਬੀ ਪੋਜ਼ਿਟਿਵ, ਬੀ ਯੋਰਸੈਲਫ।